पंजाब सरकार ने सूबे विच प्राइवेट स्कूलों वालों हर साल फीसां विच कीते गए वादे ते रोक लगा दी। मुख्यमंत्री भगवंत मान मुताबिक कोई भी प्राइवेट स्कूल ₹1 फीस नहीं वधाएगा। इस फैसले ते सीनियर एडवोकेट नाइम खान ने जानकारी देंदे हुए दस्सिया कि प्राइवेट एजुकेशनल इंस्टीट्यूट्स एक्ट 2016 के मुताबिक प्राइवेट स्कूलों फीसां विच 8% वाधा सिर्फ स्कूल इमारत की मुरम्मत करवाउण लई फी या फिर अध्यापकों दी तनख्वाहां वधाउण लई कर सकता है, वो भी हर साल वाधा नहीं कर सकते। सीनियर एडवोकेट ने दस्सिया कि कानून मुताबिक है जरूरी नहीं कि हर साल फीसां विच वाधा किया जाए, पर कई प्राइवेट स्कूल इस गल का गलत इस्तेमाल कर रहे हैं ਅਤੇ लगातार स्कूलों की फीसां ਵਧਾਈਆਂ जा रही हैं, जिससे रेगूलेटरी कमीशन भी कोई एक्शन नहीं ले रहा। जलंधर तो वरिंदर सिंह की रिपोर्ट, लाइव भारत। खान एडवोकेट है तो डिस्ट्रिक्ट कोर्ट जलंधर ਦੇ ਵਿੱਚ मैं प्रैक्टिस करदा ਤੇ 2013 ਤੋਂ ਲੈ ਕੇ ਹੁਣ ਤੱਕ मैं ਕੰਟੀਨਿਊ डिस्ट्रिक्ट कोर्ट जलंधर ਦੇ ਵਿੱਚ ਹੀ प्रैक्टिस कर रहा। सर एक पंजाब सरकार ਵੱਲੋਂ ਹਦਾਇਤ ਦਿੱਤੀ ਗਈ ਹੈ ਕਿ ਕੋਈ ਵੀ ਪ੍ਰਾਈਵੇਟ ਸਕੂਲ ਅਦਾਰੇ ਜਿਹੜੇ ਆ ਉਹ ਫੀਸਾਂ ਨਹੀਂ ਵਧਾਉਣਗੇ। ਸਰ ਕਾਨੂੰਨ ਤਹਿਤ ਕੋਈ ਅਜਿਹਾ ਪ੍ਰਾਵਧਾਨ ਹੈਗਾ ਕਿ ਉਹਨਾਂ ਨੂੰ ਹੱਕ ਮਿਲੇ ਫੀਸਾਂ ਵਧਾਈਆਂ ਜਾਣ? ਨਹੀਂ, ਕਾਨੂੰਨ ਮੁਤਾਬਕ ਤਾਂ ਉਹਨਾਂ ਕੋਲ ਕੋਈ ਪ੍ਰਾਵਧਾਨ ਇਦਾਂ ਦਾ ਨਹੀਂ ਹੈਗਾ ਫੀਸਾਂ ਵਧਾਈਆਂ, ਬਟ ਐਕਟ ਦੇ ਵਿੱਚ ਇੱਕ ਛੋਟੀ ਜਿਹੀ ਉਹਨਾਂ ਨੂੰ ਪ੍ਰੋਵਾਈਜ਼ੋ ਦਿੱਤੀ ਗਈ ਹੈ। ਸਕੂਲ ਜਿੰਨੇ ਵੀ ਪ੍ਰਾਈਵੇਟ ਐਜੂਕੇਸ਼ਨ ਇੰਸਟੀਟਿਊਸ਼ਨ ਚੱਲਦੇ ਆ ਉਹਦੇ ਵਿੱਚ ਇੱਕ ਸਿੰਪਲੀ ਇੱਕ ਪ੍ਰੋਵਾਈਜ਼ੋ ਐਕਟ ਦੇ ਵਿੱਚ ਦਿੱਤੀ ਹੋਈ ਹੈ। ਸੈਕਸ਼ਨ 5 ਦੇ ਵਿੱਚ ਪ੍ਰੋਵਾਈਜ਼ੋ ਹੈ ਕਿ ਅਗਰ ਜ਼ਰੂਰਤ ਹੈਗੀ ਇੰਸਟੀਟਿਊਸ਼ਨ ਨੂੰ ਬੈਟਰਮੈਂਟ ਆਫ ਦੀ ਇੰਸਟੀਟਿਊਸ਼ਨ ਵਾਸਤੇ ਜਾਂ ਸੈਲਰੀਜ਼ ਵਾਸਤੇ ਜਾਂ ਸਟਾਫ ਦੀ ਸੈਲਰੀਜ਼ ਵਾਸਤੇ, ਟੀਚਰ ਦੀ ਸੈਲਰੀਜ਼ ਵਾਸਤੇ ਅਗਰ ਖਰਚੇ ਜਿਹੜੇ ਅਪ ਜਾ ਰਹੇ ਆ ਇੰਸਟੀਟਿਊਸ਼ਨ ਦੇ, ਦੈਨ ਦੇ ਕੈਨ ਇਨਕਰੀਜ਼ ਦੀ ਆਪਣੇ ਫੀਸ ਆਫ ਦੀ ਸਟੂਡੈਂਟਸ। ਉਹ ਵੀ ਨਾਟ ਐਕਸੀਡ 8%, ਜਿਹੜਾ ਇਹ ਨਹੀਂ ਲਿਖਿਆ ਕਿ ਮੈਕਸਿਮਮ 8%, ਨਾਟ ਐਕਸੀਡ 8% ਤੋਂ ਉੱਪਰ ਨਹੀਂ ਜਾਣੀ ਹੋਊਗੀ। ਇਹ ਕਲੀਅਰਲੀ ਜਿਹੜਾ ਹੈਗਾ ਐਕਟ ਜਿਹੜਾ ਕਹਿ ਰਿਹਾ ਹੈ। ਸਰ ਜਿਹੜਾ ਹੁਣ ਪੰਜਾਬ ਸਰਕਾਰ ਵੱਲੋਂ ਹੁਕਮ ਜਾਰੀ ਹੋਏ ਨੇ, ਨੋਟੀਫਿਕੇਸ਼ਨ ਵੀ ਜਾਰੀ ਹੋ ਗਿਆ, ਉਸ ਮੁਤਾਬਕ ਜੇਕਰ ਹਾਈ ਕੋਰਟ ਦਾ ਰੁਖ ਕਰਦੇ ਨੇ ਸਕੂਲ ਐਸੋਸੀਏਸ਼ਨ ਵਾਲੇ, ਪ੍ਰਾਈਵੇਟ ਸਕੂਲ ਐਸੋਸੀਏਸ਼ਨ ਵਾਲੇ, ਤਾਂ ਉਹਨਾਂ ਨੂੰ ਕਿਸ ਪ੍ਰਾਵਧਾਨ ਦੇ ਤਹਿਤ ਰਾਹਤ ਮਿਲ ਸਕਦੀ ਜਾਂ ਨਹੀਂ ਮਿਲੇਗੀ? State government have a wide powers regarding the educational institution. State government may oppose the conditions upon the unaided ਜਿਹੜੀ institution ਚੱਲਦੀਆਂ state ਦੇ ਵਿੱਚ, ਕਿਉਂਕਿ ਜਿਹੜੀ state ਹੈ, state ਦੀ ਰਿਸਪੌਂਸਿਬਿਲਿਟੀ ਹੈ ਕਿ ਜਿਹੜੀ ਬੱਚੇ, ਕਿਉਂਕਿ ਜਿਹੜਾ ਇੱਕ ਸੈਂਟਰ ਦਾ ਐਕਟ ਹੈਗਾ, ਜਿਹੜਾ ਰਾਈਟ ਟੂ ਐਜੂਕੇਸ਼ਨ ਆਫ ਚਿਲਡਰਨ ਐਕਟ ਜਿਹੜਾ ਸੈਂਟਰ ਗਵਰਨਮੈਂਟ ਦਾ ਹੈ, ਉਹਦੇ ਵਿੱਚ 6 ਸਾਲ ਤੋਂ ਲੈ ਕੇ 14 ਸਾਲ ਤੱਕ ਦੇ ਬੱਚੇ ਵਾਸਤੇ ਜਿਹੜੀ ਐਜੂਕੇਸ਼ਨ ਮੈਂਡੇਟਰੀ ਹੈ। ਸਟੇਟ ਗਵਰਨਮੈਂਟ ਦੀ ਡਿਊਟੀ ਹੈ ਕਿ ਉਹਨੂੰ ਦੇਣੀ ਹੈ। ਸੈਂਟਰ ਦੀ ਵੀ ਡਿਊਟੀ ਹੈ ਕਿ ਬੱਚੇ ਨੂੰ ਐਜੂਕੇਸ਼ਨ ਦੇਣੀ ਹੈ। ਅਗਰ ਜਿਹੜੀ ਸਟੇਟ ਗਵਰਨਮੈਂਟ ਹੈ, ਅਗਰ ਉਹ ਸੈਂਟਰ ਦੇ ਐਕਟ ਨੂੰ ਫੋਲੋ ਨਹੀਂ ਕਰਦੀ ਜਾਂ ਸਟੇਟ ਦੀ ਜਿਹੜੀ ਐਜੂਕੇਸ਼ਨ ਪਾਲਿਸੀਜ਼ ਹੈਗੀਆਂ ਜਾਂ ਜਿਹੜਾ ਸਟੇਟ ਦਾ ਐਕਟ ਹੈਗਾ, ਜਿਹੜਾ ਪੰਜਾਬ ਰੈਗੂਲੇਟਿੰਗ ਫੀ ਐਕਟ ਹੈਗਾ 2016 ਦਾ, ਇਹਨੂੰ ਅਗਰ ਫੋਲੋ ਨਹੀਂ ਕਰਦੀ ਹੈ ਤੇ ਜਿਹੜਾ ਸਾਡਾ ਜਿਹੜਾ ਐਜੂਕੇਸ਼ਨਲ ਸਿਸਟਮ ਹੈ ਜਾਂ ਜਿਹੜਾ ਲਿਟਰੇਸੀ ਰੇਟ ਹੈ ਜਿਹੜਾ ਸਾਡਾ, ਉਹ ਬਹੁਤ ਜ਼ਿਆਦਾ ਜਿਹੜਾ ਹੈਗਾ ਉਹ ਖਰਾਬ ਹੋ ਜਾਏਗਾ ਸਿਸਟਮ। ਮੈਂ ਐਗਜ਼ਾਮਪਲ ਤੁਹਾਨੂੰ ਦਊਂਗਾ ਕਿ ਪੰਜਾਬ ਜਿਹੜਾ 2011 ਦੇ ਵਿੱਚ ਸਾਡਾ ਜਿਹੜਾ ਲਿਟਰੇਸੀ ਸੈਂਸਸ ਹੋਇਆ ਸੀ, ਉਹਦੇ ਵਿੱਚ ਪੰਜਾਬ ਸਾਡਾ 14 ਨੰਬਰ ਤੇ ਸੀ। ਅੱਜ ਪੰਜਾਬ ਜਿਹੜਾ ਸਾਡਾ 21 ਨੰਬਰ ਤੇ ਪਹੁੰਚ ਗਿਆ। ਇਹ ਇਸ ਕਰਕੇ ਹੋਇਆ ਕਿਉਂਕਿ ਐਜੂਕੇਸ਼ਨ ਸਿਸਟਮ ਤੇ ਅਸੀਂ ਕੰਮ ਨਹੀਂ ਕਰ ਰਹੇ। ਉਹਦੇ ਪਿੱਛੇ ਕਾਰਨ ਕਿਤੇ ਨਾ ਕਿਤੇ ਪ੍ਰਾਈਵੇਟ ਇੰਸਟੀਟਿਊਸ਼ਨ ਬਹੁਤ ਹੈ, ਕਿਉਂਕਿ ਇਹਨਾਂ ਨੇ ਬੇਇੰਤਹਾ ਫੀਸਾਂ ਜਿਹੜੀਆਂ ਇਹਨਾਂ ਦੀਆਂ ਵਧਾਈਆਂ ਪਈਆਂ। ਕਮਰਸ਼ਲਾਈਜੇਸ਼ਨ ਇਹਨਾਂ ਨੇ ਐਜੂਕੇਸ਼ਨ ਸਿਸਟਮ ਤੇ ਕਰ ਦਿੱਤਾ ਹੈ, ਜਦ ਕਿ ਐਕਟ ਕਲੀਅਰਲੀ ਕਹਿ ਰਿਹਾ ਹੈ ਕਿ ਤੁਸੀਂ ਜਿਹੜਾ ਐਜੂਕੇਸ਼ਨ ਸਿਸਟਮ ਜਿਹੜਾ ਹੈ ਉਹਦਾ ਕਮਰਸ਼ਲਾਈਜੇਸ਼ਨ ਨਹੀਂ ਕਰਨਾ। ਜਿੱਥੇ ਕਮਰਸ਼ਲਾਈਜੇਸ਼ਨ ਹੈ ਉੱਥੇ ਕੋਈ ਵੀ ਬੰਦਾ ਐਜ਼ ਏ ਸੋਸ਼ਲ ਵਰਕਰ, ਐਜ਼ ਏ ਪੇਰੈਂਟਸ, ਐਜ਼ ਏ ਗਾਰਡੀਅਨ ਕੈਨ ਫਾਈਲ ਏ ਕੰਪਲੇਂਟ ਅਗੇਂਸਟ ਦੀ ਜਿਹੜੀ ਪ੍ਰਾਈਵੇਟ ਇੰਸਟੀਟਿਊਸ਼ਨ ਹੈਗੇ, ਐਜੂਕੇਸ਼ਨਲ ਇੰਸਟੀਟਿਊਸ਼ਨ। ਅਗਰ ਇੰਸਟੀਟਿਊਸ਼ਨ ਜਿਹੜੇ ਹੈਗੇ ਆ ਮਨਮਰਜ਼ੀਆਂ ਕਰਦੇ ਆ, ਉਹਦੇ ਤੇ ਗਵਰਨਮੈਂਟ ਕੋਲ ਰਾਈਟ ਹੈ ਕਿਸੇ ਵੀ ਤਰੀਕੇ ਦੀ ਕੋਈ ਕੰਡੀਸ਼ਨ ਉਹਨਾਂ ਤੇ ਇੰਪੋਜ਼ ਕਰ ਸਕਦਾ ਹੈ, ਕਿਉਂਕਿ ਇਹ ਬੈਟਰਮੈਂਟ ਆਫ ਦੀ ਚਿਲਡਰਨ, ਬੈਟਰਮੈਂਟ ਆਫ ਦੀ ਸਟੇਟ, ਬੈਟਰਮੈਂਟ ਆਫ ਦੀ ਨੇਸ਼ਨ ਵਾਸਤੇ ਇਹ ਜਿਹੜਾ ਸਟੈਪ ਹੈ ਉਹ ਲਿੱਤਾ ਗਿਆ ਹੈ। ਜਿਹੜਾ ਭਗਵੰਤ ਮਾਨ ਜੀ ਨੇ ਫੈਸਲਾ ਲਿਆ ਹੈ, ਬਹੁਤ ਹੀ ਸ਼ਲਾਘਾਯੋਗ ਫੈਸਲਾ ਹੈ। ਮੈਨੂੰ ਇਹ ਲੱਗਦਾ ਕਿ ਇਹ ਜਿਹੜਾ ਫੈਸਲਾ ਬਹੁਤ ਪਹਿਲਾਂ ਸਰਕਾਰਾਂ ਨੂੰ ਲੈ ਲੈਣਾ ਚਾਹੀਦਾ ਸੀ, ਬਟ ਦੇਰ ਆਏ ਦਰੁਸਤ ਆਏ। ਇਹਨਾਂ ਨੇ ਜਿਹੜਾ ਫੈਸਲਾ ਲਿਆ ਬਹੁਤ ਅੱਛਾ ਹੈ। ਪ੍ਰਾਈਵੇਟ ਇੰਸਟੀਟਿਊਸ਼ਨ ਜਿਹੜੇ ਹੈਗੇ ਅਗਰ ਇਸ ਫੈਸਲੇ ਦੇ ਅਗੇਂਸਟ ਵੀ ਜਾਣਗੇ, ਹਾਈ ਕੋਰਟ ਵੀ ਜਾਣਗੇ, ਦੈਨ ਉੱਥੋਂ ਵੀ ਉਹਨਾਂ ਨੂੰ ਕੁਝ ਨਹੀਂ ਲੱਭਣਾ, ਕਿਉਂਕਿ ਐਕਟ ਇਹ ਕਹਿ ਰਿਹਾ ਹੈ ਕਿ ਤੁਸੀਂ 8% ਵਧਾ ਸਕਦੇ ਹੋ ਵਿਦ ਕੰਡੀਸ਼ਨਸ ਜਿਹੜੀ ਹੈਗੀ ਉਹਨਾਂ ਨੂੰ ਪ੍ਰੂਵ ਕਰਨੀਆਂ ਪੈਣੀਆਂ। ਜੈਸੇ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਕਿ ਕੋਵਿਡ ਦੇ ਵਿੱਚ ਇਹਨਾਂ ਨੇ ਘਰ ਬੈਠੇ ਬੱਚਿਆਂ ਕੋਲ ਫੀਸਾਂ ਲਿੱਤੀਆਂ। ਆਈ ਐਮ ਐਨ ਐਡਵੋਕੇਟ, ਮੈਂ ਆਪਣੇ ਕਲਾਇੰਟ ਨੂੰ ਸਰਵਿਸਿਜ਼ ਦਿੰਦਾ, ਦੈਨ ਆਈ ਕੈਨ ਕਲੇਮ ਮਾਈ ਫੀਸ, ਬਟ ਜਿਹੜੀ ਸਰਵਿਸਿਜ਼ ਸਕੂਲਾਂ ਨੇ ਦਿੱਤੀਆਂ ਹੀ ਨਹੀਂ, ਉਹਦੀ ਫੀਸ ਸਕੂਲਾਂ ਨੇ ਵਸੂਲ ਕਰ ਲਈ ਪੇਰੈਂਟਸ ਕੋਲੋਂ। ਇਹ ਸਰਾਸਰ ਗੁੰਡਾਗਰਦੀ ਸੀ।
ਇੰਸਟੀਟਿਊਸ਼ਨ ਦੀ ਇਹਦੇ ਤੇ ਕੋਈ ਨਹੀਂ ਬੋਲਿਆ। ਮੈਂ ਇਹ ਸਮਝਦਾ ਹਾਂ ਕਿ ਜਿਹੜਾ ਕਮਰਸ਼ਲਾਈਜੇਸ਼ਨ ਹੋ ਰਿਹਾ ਹੈ ਐਜੂਕੇਸ਼ਨ ਦਾ, ਜੇ ਇਹਨੂੰ ਹੁਣ ਨਾ ਰੋਕਿਆ ਗਿਆ ਤੇ ਆਉਣ ਵਾਲਾ ਵਕਤ ਬਹੁਤ ਜ਼ਿਆਦਾ ਮਾੜਾ ਆਏਗਾ। ਸਾਡੇ ਦੇਸ਼ ਦਾ ਜਿਹੜਾ ਰੇਸ਼ੋ ਹੈ ਲਿਟਰੇਸੀ ਰੇਟ ਓਵਰਆਲ ਨੈਸ਼ਨਲ ਕਰ ਰਹੇ ਮੈਂ ਉਹ 75% ਹੈ। ਅਸੀਂ ਕਈ ਮੁਲਕਾਂ ਤੋਂ ਬਹੁਤ ਜ਼ਿਆਦਾ ਪਿੱਛੇ ਹਾਂ। ਈਵਨ ਦੋ ਯੂਕੇ ਅੱਗੇ ਮੁਲਕ 99% ਉਹਨਾਂ ਦੀ ਲਿਟਰੇਸੀ ਰੇਟ ਆ। ਚਾਈਨਾ ਸਾਡੇ ਤੋਂ 95% ਤੇ ਅੱਗੇ ਹੈ। ਅਸੀਂ 75% ਰੇਸ਼ੋ ਦੇ ਨਾਲ ਇੱਦਾਂ ਹੈ। ਇਟ ਮੀਨਸ ਕਿ ਸਾਡੇ ਮੁਲਕ ਦੇ ਵਿੱਚ ਹਰ ਇੱਕ ਸਟੇਟ ਦੇ ਵਿੱਚ ਐਜੂਕੇਸ਼ਨਲ ਇੰਸਟੀਟਿਊਸ਼ਨ ਜਿਹੜੇ ਹੈਗੇ ਉਹ ਮਨਮਰਜ਼ੀਆਂ ਕਰ ਰਹੇ। ਐਜੂਕੇਸ਼ਨ ਦਾ ਕਮਰਸ਼ਲਾਈਜੇਸ਼ਨ ਇਹਨਾਂ ਨੇ ਕਰਕੇ ਰੱਖ ਦਿੱਤਾ। ਅਗਰ ਜੇਕਰ ਵਧਾ ਦਿੰਦੇ ਫੀਸਾਂ, ਜਿਵੇਂ ਤੁਸੀਂ ਦੱਸਿਆ ਕਿ ਉਸਦਾ ਕਾਰਨ ਦੱਸਣਾ ਹੋਏਗਾ, ਜਾਂ ਫਿਰ ਤੁਸੀਂ ਅਧਿਆਪਕਾਂ ਨੂੰ ਤਨਖਾਹ ਵਧਾਉਣੀ ਜਾਂ ਇਨਫਰਾਸਟ੍ਰਕਚਰ ਦਾ ਉਸ ਨੂੰ ਲੈ ਕੇ ਜੇ ਵਧਾ ਦਿੰਦੇ 8% ਤੱਕ, ਤਾਂ ਕੋਈ ਪਲੰਟੀ ਦਾ ਵੀ ਪ੍ਰਾਵਧਾਨ ਹੈ? ਪੈਨਲਟੀਜ਼ ਇਹਦੇ ਇਸ ਐਕਟ ਦੇ ਵਿੱਚ ਕਲੀਅਰਲੀ ਮੈਂਸ਼ਨ ਕੀਤੀ ਗਈ ਹੈ। ਪੈਨਲਟੀਜ਼ ਦੀ ਪ੍ਰੋਵੀਜ਼ਨ ਵੀ ਫਾਈਲ ਕੀਤੀ ਗਈ ਹੈ। ਇਸ ਐਕਟ ਦੀ ਕੋਈ ਵੀ ਪ੍ਰੋਵੀਜ਼ਨ ਅਗਰ ਅਨਐਡਡ ਆਪਣੇ ਇੰਸਟੀਟਿਊਸ਼ਨ ਹੈ, ਅਗਰ ਉਹਦੀ ਵਾਇਓਲੇਸ਼ਨ ਕਰਦਾ ਹੈ, ਇਹਦੇ ਵਿੱਚ ਪੈਨਲਟੀ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ। ਪਰ ਪੈਨਲਟੀ ਦੀ ਪ੍ਰੋਵੀਜ਼ਨ ਇਸ ਤਰੀਕੇ ਨਾਲ ਹੈ ਕਿ ਸਟੇਟ ਗਵਰਨਮੈਂਟ ਨੇ ਜਿਹੜਾ ਐਕਟ ਬਣਾਇਆ ਹੈ ਇਹਦੇ ਅੰਡਰ ਇੱਕ ਰੈਗੂਲੇਟਰੀ ਬੋਡੀ ਤਿਆਰ ਕੀਤੀ ਜਾਂਦੀ ਹੈ, ਜਿਹਦਾ ਹੈੱਡ ਜ਼ਿਲ੍ਹਾ ਡਿਸਟ੍ਰਿਕਟ ਦਾ ਡੀਸੀ ਹੋਏਗਾ। ਉਹਦੇ ਨਾਲ ਸੀਈਓ ਜਿਹੜਾ ਐਜੂਕੇਸ਼ਨਲ ਆਪਣੇ ਹੁੰਦਾ ਉਹ, ਤੇ ਨਾਲ ਡੀਈਓ ਡਿਸਟ੍ਰਿਕਟ ਦੇ ਜਿਹੜੇ ਐਲੀਮੈਂਟਰੀ ਤੇ ਸੈਕੰਡਰੀ ਹੁੰਦੇ ਉਹਦੇ ਮੈਂਬਰ ਹੁੰਦੇ ਆ। 2 ਮੈਂਬਰ ਜਿਹੜੇ ਇਹਦੇ ਹੈਗੇ ਸਟੇਟ ਗਵਰਨਮੈਂਟ ਨੋਮੀਨੇਟ ਕਰਦੀ ਹੈ। ਇੱਕ ਬੋਡੀ ਹੈ ਰੈਗੂਲੇਟਰੀ ਬੋਡੀ, ਜਿਹਦੀ ਜੇ ਕਿਸੇ ਨੂੰ ਕੋਈ ਸ਼ਿਕਾਇਤ ਹੈ ਪੇਰੈਂਟਸ ਨੂੰ, ਗਾਰਡੀਅਨ ਨੂੰ ਜਾਂ ਕੋਈ ਸੋਸ਼ਲ ਵਰਕਰ ਹੈ, ਅਗਰ ਜਿਹੜੇ ਇੰਸਟੀਟਿਊਸ਼ਨ ਆਪਣੀ ਮਨਮਰਜ਼ੀਆਂ ਕਰਦੇ ਆ, ਇਹਦੀ ਕੰਪਲੇਂਟ ਫਾਈਲ ਕੀਤੀ ਜਾ ਸਕਦੀ ਹੈ ਰੈਗੂਲੇਟਰੀ ਬੋਡੀ ਕੋਲ। ਰੈਗੂਲੇਟਰੀ ਬੋਡੀ ਜਿਹੜੀ ਹੈਗੀ ਉਹਦੀ ਪੂਰੀ ਪ੍ਰੋਪਰ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੀ ਹੈ। ਅਗਰ ਐਕਟ ਦੇ ਮੁਤਾਬਿਕ ਕੋਈ ਵੀ ਵਾਇਓਲੇਸ਼ਨ ਅਗਰ ਇੰਸਟੀਟਿਊਸ਼ਨ ਕਰਦਾ ਹੈ ਤੇ ਉਹਦੇ ਤੇ ਪੈਨਲਟੀ ਦੀ ਪ੍ਰੋਵੀਜ਼ਨ ਦਿੱਤੀ ਗਈ ਹੈ। ਫੋਰ ਐਗਜ਼ਾਮਪਲ ਜਿਹੜੇ ਪ੍ਰਾਇਮਰੀ ਸਟੈਂਡਰਡ ਦੇ ਜਿਹੜੇ ਸਕੂਲ ਹੈਗੇ ਆ, ਅਗਰ ਉਹ ਵਾਇਓਲੇਸ਼ਨ ਇੱਕ ਪਹਿਲੀ ਵਾਰ ਕਰਦੇ ਆ ਤਾਂ ਉਹਨਾਂ ਦੇ 30,000 ਰੁਪਏ ਦੀ ਜਿਹੜੀ ਪੈਨਲਟੀ ਹੈਗੀ ਹੈ ਇੰਪੋਜ਼ ਕਰ ਸਕਦੀ ਹੈ ਰੈਗੂਲੇਟਰੀ ਬੋਡੀ। ਸੈਕਿੰਡ ਟਾਈਮ ਉਹ ਡਬਲ ਹੋ ਜਾਏਗੀ। ਇਸੇ ਤਰੀਕੇ ਨਾਲ ਮਿਡਲ ਸਟੈਂਡਰਡ ਦੇ ਵੀ 50,000 ਰੁਪਏ ਦੀ ਪੈਨਲਟੀ ਫਸਟ ਟਾਈਮ, ਸੈਕਿੰਡ ਟਾਈਮ ਉਹ ਲੱਖ ਰੁਪਏ ਦੀ ਹੋ ਜਾਏਗੀ। ਇਸੇ ਤਰੀਕੇ ਨਾਲ ਸੀਨੀਅਰ ਸੈਕੰਡਰੀ ਔਰ ਸੁਪਰ ਸੀਨੀਅਰ ਸੈਕੰਡਰੀ ਜਿਹੜੇ ਸਕੂਲ ਹੈਗੇ ਆ, ਉਹਨਾਂ ਤੇ ਲੱਖ ਰੁਪਏ ਦੀ ਜਿਹੜੀ ਹੈਗੀ ਪੈਨਲਟੀ ਦੀ ਪ੍ਰੋਵੀਜ਼ਨ ਹੈਗੀ ਹੈ, ਉਹ ਸੈਕਿੰਡ ਟਾਈਮ ਡਬਲ ਹੋ ਜਾਏਗੀ। ਇਨ ਕੇਸ ਅਗਰ ਥਰਡ ਟਾਈਮ ਕੋਈ ਅਨਐਡਡ ਇੰਸਟੀਟਿਊਸ਼ਨ ਜਾਂ ਕੋਈ ਸਕੂਲ, ਪ੍ਰਾਈਵੇਟ ਸਕੂਲ ਕੋਈ ਇਸ ਤਰੀਕੇ ਦੀ ਪ੍ਰੋਵੀਜ਼ਨ ਦੀ ਵਾਇਓਲੇਸ਼ਨ ਕਰਦਾ ਹੈ, then state government has a right to withdrawal the recognition of the that institution। ਕਿਉਂਕਿ ਉਹ ਇੰਸਟੀਟਿਊਸ਼ਨ ਪਹਿਲੀ ਵਾਰ ਗਲਤੀ ਜਿਹੜੀ ਕੀਤੀ ਹੈ ਉਹ ਬਾਈ ਮਿਸਟੇਕ ਹੋ ਸਕਦੀ ਹੈ, ਦੂਜੀ ਵਾਰੀ ਵੀ ਹੋ ਸਕਦੀ ਹੈ ਕਿਉਂਕਿ ਉਹਨੂੰ ਅਵੇਅਰਨੈਸ ਨਾ ਹੋਊਗੀ। ਪਰ ਥਰਡ ਟਾਈਮ ਅਗਰ ਗਵਰਨਮੈਂਟ ਇਹ ਮੰਨਦੀ ਹੈ ਕਿ ਇਹ ਜਿਹੜੀ ਇੰਸਟੀਟਿਊਸ਼ਨ ਗਲਤੀ ਕਰ ਰਿਹਾ, ਇਹ ਜਾਣਬੁੱਝ ਕੇ ਕਰ ਰਿਹਾ, ਵਾਇਓਲੇਸ਼ਨ ਜਿਹੜੀ ਐਕਟ ਦੀ ਕਰ ਰਿਹਾ ਜਾਣਬੁੱਝ ਕੇ ਕਰ ਰਿਹਾ, ਦੈਨ ਗਵਰਨਮੈਂਟ ਕੋਲ ਪਾਵਰ ਹੈ ਕਿ ਉਹਦੀ ਜਿਹੜੀ ਰੈਕੋਗਨਾਈਜੇਸ਼ਨ ਹੈ ਉਹ ਵਿਡਰਾ ਕਰ ਲੈ। ਸਰ, ਇਹ ਕਿਹੜਾ ਐਕਟ ਹੈਗਾ ਜਿਹਦੇ ਪਾਵਰ ਮਿਲਦੀ ਹੈ ਸਰਕਾਰ ਨੂੰ? ਇਹ ਐਕਟ ਹੈਗਾ ਪੰਜਾਬ ਰੈਗੂਲੇਸ਼ਨ ਆਫ ਫੀ ਆਫ ਅਨਐਡਡ ਇੰਸਟੀਟਿਊਸ਼ਨ ਐਜੂਕੇਸ਼ਨਲ ਇੰਸਟੀਟਿਊਸ਼ਨ ਐਕਟ 2016। ਇਹਦੇ ਵਿੱਚ ਜਿਹੜੀ ਪਾਵਰਾਂ ਹੈਗੀਆਂ ਉਹ ਸਟੇਟ ਗਵਰਨਮੈਂਟ ਕੋਲ ਹੈਗੀਆਂ। ਸਟੇਟ ਗਵਰਨਮੈਂਟ ਕੋਲ ਇਸ ਸੈਕਸ਼ਨ ਦੇ ਅੰਡਰ ਹੀ, ਇਸ ਐਕਟ ਦੇ ਅੰਡਰ ਇੱਕ ਸੈਕਸ਼ਨ 23 ਹੈ, ਜਿਹਦੇ ਕੋਲ ਆਪਣੇ ਨਾ ਸਟੇਟ ਗਵਰਨਮੈਂਟ ਕੋਲ ਵਾਈਡ ਪਾਵਰਸ ਹੈਗੀਆਂ, ਜਿਹਦੇ ਅੰਡਰ ਉਹ ਰੂਲ ਬਣਾ ਸਕਦੀ ਹੈ। ਕੋਈ ਰੂਲ ਬਣਾ ਕੇ ਉਹਨਾਂ ਦੇ ਇੰਪੋਜ਼ ਕਰ ਸਕਦੀ ਹੈ ਫॉर ਦੀ ਬੈਟਰਮੈਂਟ ਆਫ ਦੀ ਚਿਲਡਰਨ, ਐਜੂਕੇਸ਼ਨਲ ਸਿਸਟਮ ਐਂਡ ਸਟੇਟ ਵੈਲਫੇਅਰ ਵਾਸਤੇ। ਸਰ, ਜੇਕਰ ਕੋਈ ਸਕੂਲ ਵਾਲੇ ਪੇਰੈਂਟਸ ਨੂੰ ਫੋਰਸ ਕਰਦੇ ਕਿਸੇ ਹੋਰ ਤਰੀਕੇ ਨਾਲ, ਮੰਨ ਲਓ ਵੀ ਫੀਸ ਜਿਹੜੀ ਹੈਗੀ ਆ ਉਹ ਇੰਨੀ ਪੇ ਕਰਦੇ ਜਿੰਨੀ ਪਹਿਲਾਂ ਸੀ, ਉਸ ਤੋਂ ਵਧਾ ਕੇ ਕੋਈ ਹੋਰ ਕਿਸੇ ਫੰਡ ਦੇ ਵਿੱਚ ਪਾ ਦਿੰਦੇ ਆ, ਤਾਂ ਫਿਰ ਪੇਰੈਂਟਸ ਤੋਂ ਕੀ ਆਪਸ਼ਨ ਹੋਏਗੀ? ਜਿਹੜੀ ਇਹ ਕਲੀਅਰ ਐਕਟ ਕਹਿ ਰਿਹਾ ਹੈ, ਇਹ ਜਿਹੜੇ ਤੁਸੀਂ ਸਵਾਲ ਕੀਤਾ ਹੈ, ਇਹ ਐਕਟ ਦੇ ਵਿੱਚ ਹੈ ਮੈਂਸ਼ਨ ਕਿ ਅਗਰ ਜਿਹੜੀ ਫੀਸ ਵਧਾਈ ਗਈ ਹੈ, ਜਿੱਦਾਂ ਮੈਂ ਤੁਹਾਨੂੰ ਕਿਹਾ ਕਿ ਕੁਝ ਕੰਡੀਸ਼ਨਸ ਹੈਗੇ ਜਿਹਦੇ ਵਿੱਚ 8% ਤੱਕ ਫੀਸ ਇਨਕਰੀਜ਼ ਕੀਤੀ ਜਾ ਸਕਦੀ ਹੈ, ਬਟ ਉਹਦੇ ਵਿੱਚ ਲਿਖਿਆ ਕਿ ਕਿਸ ਵਾਸਤੇ ਕੀਤੀ ਜਾ ਸਕਦੀ ਹੈ। ਇਹੀ ਫੀਸ ਜਿਹੜੀ ਇਨਕਰੀਜ਼ ਕੀਤੀ ਹੈ, ਅਗਰ ਇਹਦਾ ਇਸਤੇਮਾਲ ਇੰਸਟੀਟਿਊਸ਼ਨ ਕਿਸੇ ਹੋਰ ਪਰਪਸ ਲਈ ਕਰਦਾ ਹੈ, ਫੋਰ ਐਗਜ਼ਾਮਪਲ ਸਟੂਡੈਂਟ ਕੋ ਫੀਸ ਲੈ ਲਈ ਕਹਿ ਕੇ ਬੈਟਰਮੈਂਟ ਆਫ ਦੀ ਐਜੂਕੇਸ਼ਨ ਜਿਹੜੀ ਹੈਗੀ ਬੱਚਿਆਂ ਦੀ ਸਕੂਲ ਦੇ ਵਿੱਚ ਚੱਲ ਰਹੀ ਹੈ ਉਹਦੇ ਵਾਸਤੇ, ਜਾਂ ਬੈਟਰਮੈਂਟ ਆਫ ਦੀ ਸਕੂਲ ਵਾਸਤੇ ਜਾਂ ਡਿਵੈਲਪਮੈਂਟ ਵਾਸਤੇ, ਬਟ ਉਹ ਪੈਸਾ ਜਿਹੜਾ ਇਹਨਾਂ ਨੇ ਇਨਕਰੀਜ਼ ਕੀਤਾ ਹੈ ਉਹ ਪ੍ਰੋਫਿਟਰਿੰਗ ਲਈ ਕੀਤਾ ਸੀਗਾ ਜਾਂ ਕਿਸੇ ਹੋਰ ਪਰਪਸ ਵਾਸਤੇ ਲਾਉਣ ਵਾਸਤੇ ਕਰ ਲਿਆ, ਫੀਸ ਵਧਾ ਲਈ, ਉਹ ਇਸ ਐਕਟ ਦੀ ਵਾਇਓਲੇਸ਼ਨ ਆ। ਇਸ ਐਕਟ ਦੀ ਅਗਰ ਉਹ ਚੀਜ਼ ਅਗਰ ਪਾਈ ਜਾਂਦੀ ਹੈ, ਦੈਨ ਮੈਂ ਤੁਹਾਨੂੰ ਕਿਹਾ ਕਿ ਜਿੱਦਾਂ ਦੀ ਪੈਨਲਟੀ ਜਿਹੜੀ ਹੈਗੀ ਉਹ ਇੰਪੋਜ਼ ਉਹਨਾਂ ਤੇ ਕੀਤੀ ਜਾਣੀ ਆ ਰੈਗੂਲੇਟਰੀ ਬੋਡੀ ਦੁਆਰਾ, ਸਟੇਟ ਗਵਰਨਮੈਂਟ ਦੁਆਰਾ। ਠੀਕ ਹੈ।